ਅੱਜ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦੇ ਬਾਬਤ ਭੱਟ ਸਾਹਿਬਾਨ ਆਖਦੇ ਹਨ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨਿਆਵੈ ਦਾ ਪ੍ਰਕਾਸ਼ ਗੁਰਪੁਰਬ ਹੈ। ਬਾਬਾ ਅਮਰਦਾਸ ਜਿਨ੍ਹਾਂ ਦਾ ਪ੍ਰਕਾਸ਼ 5 ਮਈ 1479 1479 ਈਸਵੀ ਨੂੰ ਪਿੰਡ ਬਾਸਰ ਕੇ ਪਿਤਾ ਸ੍ਰੀ ਤੇਜਭਾਨ ਜੀ ਭੱਲਾ ਜਿਨ੍ਹਾਂ ਦੇ ਨਾਲ ਗੋਤ ਲਾਈ ਜਾਂਦੀ ਹੈ ਕਿਉਂਕਿ ਉਹ ਭੱਲਾ ਗੋਤ ਦੇ ਨਾਲ ਸੰਬੰਧ ਰੱਖਦੇ ਸਨ, ਤੇ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਉਹਨਾਂ ਦਾ ਜਨਮ ਹੁੰਦਾ ਹੈ। ਸ਼ਾਇਦ ਆਪਣੇ ਪਰਿਵਾਰ ਦੇ ਅੰਦਰ ਉਹ ਪਹਿਲੇ ਐਸੇ ਵਿਅਕਤੀ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਗੁਰੂ ਦੀ ਲੋੜ ਨੂੰ ਮਹਿਸੂਸ ਕੀਤਾ। ਜੇ ਮੈਂ ਇਉਂ ਕਹਾਂ ਕਿ ਉਹ ਆਪਣੇ ਪਰਿਵਾਰ, ਆਪਣੀ ਅੰਸ਼ ਵੰਸ਼ ਦੇ ਅੰਦਰ ਪਹਿਲੇ ਵਿਅਕਤੀ ਸਨ ਜਿਨ੍ਹਾਂ ਦੇ ਕਰਕੇ ਉਹਨਾਂ ਦਾ ਪਰਿਵਾਰ, ਉਹਨਾਂ ਦੀ ਅੰਸ਼ ਵੰਸ਼, ਉਹਨਾਂ ਦਾ ਨਾਮ ਦੁਨੀਆ ਦੇ ਅੰਦਰ ਧਰੂ ਤਾਰੇ ਦੇ ਵਾਂਗ ਚਮਕਣ ਲੱਗ ਪਿਆ। ਤੇ ਇਹ ਕੋਈ ਅੱਤ ਕਥਨੀ ਨਹੀਂ ਹੋਵੇਗਾ, ਕਿਉਂਕਿ ਬਾਬਾ ਅਮਰਦਾਸ ਜੀ ਤੋਂ ਪਹਿਲਾਂ ਉਹਨਾਂ ਦੇ 3 ਹੋਰ ਭਰਾ ਨੇ। ਕੁੱਲ ਇਹ 4 ਭਰਾ ਨੇ ਬਾਬਾ ਅਮਰਦਾਸ ਜੀ, ਪਰ ਇਹਨਾਂ 4 ਭਰਾਵਾਂ ਦੇ ਵਿੱਚੋਂ ਜੇ ਗੁਰੂ ਦੀ ਲੋੜ ਨੂੰ ਮਹਿਸੂਸ ਕੀਤਾ ਹੈ ਸਭ ਤੋਂ ਪਹਿਲਾਂ ਤੇ ਉਹ ਬਾਬਾ ਅਮਰਦਾਸ ਜੀ ਸਨ। ਤੇ ਜਦੋਂ ਸਾਡੀ ਜ਼ਿੰਦਗੀ ਦੇ ਅੰਦਰ ਕਿਸੇ ਚੀਜ਼ ਦੀ ਘਾਟ ਹੋਵੇ, ਸਾਡਾ ਸਰੀਰ ਲੋੜ ਮਹਿਸੂਸ ਕਰਦਾ ਹੈ, ਪਾਣੀ ਦੀ ਘਾਟ ਹੋਵੇ ਸਰੀਰ ਮੰਗ ਕਰਦਾ ਹੈ, ਭੁੱਖ ਦੀ ਲੋੜ ਹੋਵੇ ਸਰੀਰ ਮੰਗ ਕਰਦਾ ਹੈ, ਤੇ ਜਦੋਂ ਲੋੜ ਸਰੀਰ ਦੀ ਬਣ ਜਾਏ, ਜਦੋਂ ਲੋੜ ਆਤਮਾ ਦੀ ਬਣ ਜਾਏ, ਤੇ ਫਿਰ ਬੰਦਾ ਯਤਨਸ਼ੀਲ ਹੁੰਦਾ ਹੈ, ਆਪਣੀ ਮੰਜ਼ਿਲ ਦੇ ਵੱਲ ਵੱਧਦਾ ਹੈ। ਤਕਰੀਬਨ ਆਪਣੀ ਜ਼ਿੰਦਗੀ ਦੇ 62 ਸਾਲ ਬਾਬਾ ਅਮਰਦਾਸ ਜੀ ਦੁਨੀਆਦਾਰੀ ਦੇ ਕੰਮਾਂ ਦੇ ਵਿੱਚ ਵਿਅਸਤ ਰਹੇ, ਵਪਾਰ ਕਰਦੇ ਰਹੇ। ਜੋ ਵੀ ਵਿਅਕਤੀ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਕਰਦਾ ਹੈ, ਆਪਣੇ ਧੀਆਂ ਪੁੱਤਾਂ ਨੂੰ ਪਾਲਣ ਵਾਸਤੇ ਕਰਦਾ ਹੈ, ਉਹ ਕਰਦੇ ਰਹੇ। ਜਿੱਥੇ ਸੰਸਾਰ ਦੇ ਕੰਮ ਕਰਦੇ ਰਹੇ ਉੱਥੇ ਨਾਲ ਨਾਲ ਉਹਨਾਂ ਨੇ ਧਰਮ ਦੇ ਗੁਣਾਂ ਨੂੰ ਵੀ ਅਪਣਾਈ ਰੱਖਿਆ। ਜਦੋਂ ਤੱਕ ਬੰਦੇ ਨੂੰ ਸੋਝੀ ਨਹੀਂ ਹੁੰਦੀ ਤਦੋਂ ਤੱਕ ਬੰਦਾ ਭਟਕਦਾ ਰਹਿੰਦਾ ਹੈ। ਇਹ ਗੱਲ ਗੁਰਬਾਣੀ ਵਿੱਚ ਵੀ ਕਈ ਵਾਰ ਆਈ ਹੋਈ ਹੈ। ਭਾਈ ਗੁਰਦਾਸ ਜੀ ਨੇ ਆਪਣੇ ਕਵਿੱਤ, ਆਪਣੀਆਂ ਵਾਰਾਂ ਦੇ ਅੰਦਰ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਵੀ ਸੋਨਾ ਤਦੋਂ ਤੱਕ ਕੁਠਾਲੀ 'ਚ ਪਿਆ ਹੋਇਆ ਭਟਕਦਾ ਰਹਿੰਦਾ ਹੈ ਜਦੋਂ ਤੱਕ ਉਹ ਸ਼ੁੱਧ ਨਹੀਂ ਹੋ ਜਾਂਦਾ। ਜਦੋਂ ਉਹ ਸ਼ੁੱਧ ਹੋ ਜਾਂਦਾ ਹੈ ਉਹ ਟਿਕ ਜਾਂਦਾ ਹੈ। ਤੇ ਜਿਹੜੇ ਵਿਅਕਤੀ ਆਪਣੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਚਾਹੁੰਦੇ ਹਨ, ਟਿਕਾਊ ਚਾਹੁੰਦੇ ਹਨ, ਇੱਕ ਸੁਰਤਾ ਚਾਹੁੰਦੇ ਹਨ, ਉਹ ਤਦੋਂ ਤੱਕ ਭਟਕਦੇ ਰਹਿੰਦੇ ਹਨ ਜਦੋਂ ਤੱਕ ਇਹ ਚੀਜ਼ਾਂ ਉਹਨਾਂ ਨੂੰ ਪ੍ਰਾਪਤ ਨਹੀਂ ਹੋ ਜਾਂਦੀਆਂ। ਜਿਹੜੇ ਭੱਟ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਅੰਕਿਤ ਹੈ, ਉਹ ਵੀ ਜਦੋਂ ਗੁਰੂ ਦਰਬਾਰ ਵਿੱਚ ਆਉਂਦੇ ਨੇ ਤੇ ਉਹਨਾਂ ਦੇ ਇਹ ਬੋਲਨੇ, ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸਈ ਮੁੱਖੋਂ ਇਹ ਪੰਡਿਤ ਮਿੱਠੇ। ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਵੀ ਭਟਕਦੇ ਰਹੇ ਸੱਚੇ ਗੁਰੂ ਦੀ ਭਾਲ ਵਿੱਚ, ਪਰ ਉਹਨਾਂ ਨੂੰ ਵੀ ਸੱਚਾ ਗੁਰੂ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਦੇਖਦਿਆਂ ਹੋਇਆਂ ਉਹਨਾਂ ਨੇ ਬਾਕੀ ਗੁਰੂ ਸਾਹਿਬਾਨਾਂ ਦੀ ਉਪਮਾ ਕੀਤੀ। ਇਹੀ ਹਾਲ ਗੁਰੂ ਅਮਰਦਾਸ, ਬਾਬਾ ਅਮਰਦਾਸ ਜੀ ਦਾ ਹੈ। ਬਾਸਰ ਕੇ ਪਿੰਡ ਅੰਦਰ ਪਰਿਵਾਰ ਨੂੰ ਪਾਲਣ ਵਾਸਤੇ ਪੂੰਜੀ ਵੀ ਬਹੁਤ ਹੈ, ਪਰਿਵਾਰ ਦੇ ਵਿੱਚ ਏਕਾ ਵੀ ਹੈ, ਪਰ ਸਭ ਤੋਂ ਜ਼ਰੂਰੀ ਗੱਲ ਜੋ ਚਾਹੁੰਦੇ ਸਨ, ਜਿਹਦੇ ਵਾਸਤੇ ਉਹ ਤਕਰੀਬਨ 62 ਸਾਲ ਦੀ ਉਮਰ ਤੱਕ ਹਰਿਦੁਆਰ ਜਾਂਦੇ ਰਹੇ,
ਉੱਥੇ ਜਾ ਕੇ ਜੋ ਕਰਮ ਦੂਜੇ ਲੋਕ ਕਰਦੇ ਰਹੇ, ਸੂਰਜ ਨੂੰ ਪਾਣੀ ਦੇਣਾ, ਆਰਤੀ ਕਰਨੀ, ਹੋਰ ਧਰਮ ਕਰਮ ਜਿਹੜੇ ਕਰਦੇ ਸਨ ਲੋਕ, ਉਹ ਸਾਰੇ ਕਰਦੇ ਰਹੇ। ਪਰ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਨਾ ਟਿਕਾਊ ਪ੍ਰਾਪਤ ਹੋਇਆ, ਨਾ ਸ਼ਾਂਤੀ ਪ੍ਰਾਪਤ ਹੋਈ। ਤੇ ਇੱਕ ਦਿਨ ਕਿਸੇ ਵਿਅਕਤੀ ਦੇ ਕਹੇ ਹੋਏ ਬੋਲ ਉਹਨਾਂ ਦੇ ਹਿਰਦੇ ਨੂੰ ਟੁੰਬ ਗਏ। ਕੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਗੁਰੂ ਧਾਰਨ ਕੀਤਾ ਹੈ? ਤੇ ਬਾਬਾ ਅਮਰਦਾਸ ਜੀ ਦਾ ਕਹਿਣਾ ਵੀ ਨਹੀਂ, ਤੇ ਮੇਰੀ ਜ਼ਿੰਦਗੀ ਵਿੱਚ ਕੋਈ ਗੁਰੂ ਨਹੀਂ ਹੈ। ਤੇ ਉਸ 'ਤੇ ਇਹ ਬੋਲ ਕਿ ਗੁਰੂ ਵਿਹੂਣੇ ਵਿਅਕਤੀ ਦੇ ਹੱਥ ਦੇ ਵਿੱਚੋਂ ਕੁਝ ਖਾਣਾ ਮੈਨੂੰ ਸ਼ੋਭਾ ਨਹੀਂ ਦਿੰਦਾ। ਮੇਰਾ ਧਰਮ ਜਿਹੜਾ ਹੈ, ਮੇਰੇ ਧਰਮ ਦੇ ਕਰਮ ਜਿਹੜੇ ਨੇ ਉਹ ਪਿੱਟੇ ਗਏ ਨੇ, ਕਿਉਂਕਿ ਮੈਂ ਨਿਗੁਰੇ ਦੇ ਹੱਥੋਂ ਕੁਝ ਖਾਧਾ ਹੈ। ਨਿਗੁਰਾ ਸ਼ਬਦ ਸੁਣਨ ਤੋਂ ਬਾਅਦ ਉਹਦੇ ਅੰਦਰ ਇੱਕ ਲਾਲਸਾ ਵਧੀ ਕਿ ਹੁਣ ਸੱਚੇ ਗੁਰੂ ਦੀ ਭਾਲ ਕੀਤੀ ਜਾਵੇ। ਜਦੋਂ ਸਾਡੇ ਅੰਦਰ ਮੰਜ਼ਿਲ ਨੂੰ ਤੈਅ ਕਰਨ ਦਾ ਜਜ਼ਬਾ ਹੁੰਦਾ ਹੈ, ਜਨੂੰਨ ਹੁੰਦਾ ਹੈ, ਤੇ ਫਿਰ ਬੰਦਾ ਵੱਡੇ ਤੋਂ ਵੱਡੀਆਂ ਮੁਸ਼ਕਲਾਵਾਂ ਨੂੰ ਵੀ ਪਾਰ ਕਰਕੇ ਮੰਜ਼ਿਲ ਦੇ ਉੱਤੇ ਪਹੁੰਚ ਜਾਂਦਾ ਹੈ। ਬਾਬਾ ਅਮਰਦਾਸ ਜੀ ਦੇ ਅੰਦਰ ਇਹ ਜਿਹੜੀ ਚੰਗਿਆੜੀ ਨਿਗੁਰੇ ਸ਼ਬਦ ਨੇ ਬਾਲੀ ਸੀ, ਉਹਨੂੰ ਠੰਡਾ ਕਰਨ ਦੇ ਲਈ ਉਹ ਯਤਨਸ਼ੀਲ ਹੋਏ। ਉਹਨਾਂ ਨੇ ਆਪਣੀ ਪੈਰਾਂ ਦੀ ਚਾਲ ਦੀ ਰਫ਼ਤਾਰ ਨੂੰ ਵਧਾਉਣਾ ਸ਼ੁਰੂ ਕੀਤਾ। ਤੇ ਇੱਕ ਦਿਨ ਉਹਨਾਂ ਦੇ ਘਰ ਦੇ ਵਿੱਚ ਹੀ ਇਹ ਸਬੱਬ ਬਣ ਗਿਆ ਕਿ ਉਹਨਾਂ ਦਾ ਭਤੀਜਾ ਜਿਹੜਾ ਭਾਈ ਜੱਸੂ ਸੀ, ਜਿਸ ਨਾਲ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਪੁੱਤਰੀ ਬੀਬੀ ਅਮਰੋ ਜੀ ਦਾ ਵਿਆਹ ਹੋਇਆ ਸੀ। ਤੇ ਬੀਬੀ ਅਮਰੋ ਜੀ ਦੀ ਪਰਵਰਿਸ਼ ਗੁਰੂ ਪਿਤਾ ਦੀ ਅਗਵਾਈ ਦੇ ਵਿੱਚ, ਨਿਗਰਾਨੀ ਦੇ ਵਿੱਚ ਹੋਈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪ੍ਰਭਾਵ, ਆਪਣੇ ਪਿਤਾ ਦੇ ਦਿੱਤੇ ਹੋਏ ਸੰਸਕਾਰਾਂ ਦਾ ਪ੍ਰਭਾਵ ਜਿਹੜਾ ਹੈ, ਉਹ ਬੀਬੀ ਅਮਰੋ ਦੇ ਕੰਮਾਂ ਦੇ ਵਿੱਚੋਂ ਪ੍ਰਗਟ ਹੋਣਾ ਸ਼ੁਰੂ ਹੋ ਗਿਆ। ਜਦੋਂ ਉਹ ਭਾਈ ਜੱਸੂ ਦੇ ਘਰ ਵਿੱਚ ਗਏ ਤੇ ਉਹਨਾਂ ਨੇ ਆਪਣਾ ਇੱਕ ਨੇਮ ਬਣਾਇਆ ਕਿ ਜਦੋਂ ਵੀ ਉਹਨਾਂ ਨੇ ਦੁੱਧ ਰਿੜਕਣਾ ਜਾਂ ਕੋਈ ਕੰਮ ਕਰਨਾ ਤੇ ਉਹਨਾਂ ਨੇ ਗੁਰਬਾਣੀ ਦਾ ਪਾਠ ਕਰਦੇ ਰਹਿਣਾ, ਗੁਰੂ ਨਾਨਕ ਦੀ ਬਾਣੀ ਦਾ ਪਾਠ ਕਰਦੇ ਰਹਿਣਾ। ਤੇ ਇੱਕ ਦਿਨ ਬਾਣੀ ਦੀ ਆਵਾਜ਼ ਬਾਬਾ ਅਮਰਦਾਸ ਦੇ ਕੰਨਾਂ ਵਿੱਚ ਪਈ ਤੇ ਕੰਨਾਂ ਵਿੱਚ ਪੈਣ ਤੋਂ ਬਾਅਦ ਆਪਣੀ ਵਡੇਰੀ ਉਮਰ ਦੀ ਪਰਵਾਹ ਨਹੀਂ ਕੀਤੀ ਕਿ ਮੈਂ ਵੱਡਾ ਹਾਂ, ਉਮਰ ਵਿੱਚ ਵੱਡਾ ਹਾਂ, ਰਿਸ਼ਤੇ ਵਿੱਚ ਵੱਡਾ ਹਾਂ, ਮੈਨੂੰ ਨੂੰਹ ਦੇ ਅੱਗੇ ਝੁਕਣਾ ਪਏਗਾ। ਇਹ ਗੱਲ ਅੱਜ ਦੇ ਸੰਸਾਰੀ ਲੋਕਾਂ ਨੂੰ ਸਮਝਣੀ ਪੈਣੀ ਹੈ। ਜਿੱਥੋਂ ਵੀ ਚੰਗੇ ਗੁਣ ਮਿਲਦੇ ਹੋਣ, ਇਹ ਕਦੇ ਨਾ ਦਿਮਾਗ ਵਿੱਚ ਲੈ ਕੇ ਆਓ ਕਿ ਉਹ ਛੋਟੀ ਉਮਰ ਦਾ ਹੈ, ਉਹ ਵਡੇਰੀ ਉਮਰ ਦਾ ਹੈ, ਗੁਣ ਲੈ ਲੈਣੇ ਚਾਹੀਦੇ ਨੇ। ਸਤਿਗੁਰੂ ਕਹਿੰਦੇ ਸਾਂਝ ਕਰੀਜੈ ਗੁਣਾ ਕੀਰੀ, ਛੋੜ ਅਵਗੁਣ ਚੱਲੀਐ। ਅਵਗੁਣਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਗੁਣਾਂ ਨੂੰ ਗ੍ਰਹਿਣ ਕਰ ਲੈਣਾ ਚਾਹੀਦਾ ਹੈ। ਪਰ ਜਿਹੜਾ ਬੰਦਾ ਗੁਣਾਂ ਨੂੰ ਗ੍ਰਹਿਣ ਨਹੀਂ ਕਰਦਾ, ਸਿਰਫ ਅਵਗੁਣ ਹੀ, ਲੋਕ ਅਵਗੁਣਾ ਕੀ ਬੰਨ੍ਹੈ ਗੰਠਰੀ। ਜਿਹੜੇ ਲੋਕ ਅਵਗੁਣਾਂ ਨੂੰ ਦੇਖਦੇ ਹਨ, ਅਵਗੁਣਾਂ ਦੀਆਂ ਪੰਡਾਂ ਆਪਣੇ ਸਿਰਾਂ ਦੇ ਉੱਤੇ ਚੁੱਕ ਕੇ ਬੈਠੇ ਹੋਏ ਹਨ, ਉਹ ਆਪ ਡੁੱਬਦੇ ਹਨ ਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਡੁੱਬ ਦਿੰਦੇ ਹਨ। ਤੇ ਬਾਬਾ ਅਮਰਦਾਸ ਜੀ ਨੇ ਪਰਵਾਹ ਨਹੀਂ ਕੀਤੀ ਕਿ ਮੈਂ ਵਡੇਰੀ ਉਮਰ ਦਾ ਹਾਂ, ਮੇਰਾ ਰਿਸ਼ਤਾ ਵੱਡਾ ਹੈ, ਮੈਂ ਕਿਉਂ ਝੁਕਾਂ ਨੂੰਹ ਦੇ ਅੱਗੇ। ਸਾਰੇ ਕੁਝ ਦੀ ਪਰਵਾਹ ਨਾ ਕੀਤਿਆਂ ਬਾਬਾ ਅਮਰਦਾਸ ਬੀਬੀ ਅਮਰੋ ਜੀ ਦੇ ਅੱਗੇ ਝੁਕ ਜਾਂਦੇ ਨੇ। ਕਹਿੰਦੇ ਨੇ ਪੁੱਤਰ ਤੁਸੀਂ ਕਿਸ ਦੀ ਬਾਣੀ ਗਾ ਰਹੇ ਹੋ? ਕਹਿੰਦੇ ਨੇ ਮੈਂ ਗੁਰੂ ਨਾਨਕ ਦੀ ਬਾਣੀ ਨੂੰ ਗਾ ਰਹੀ ਹਾਂ। ਕਹਿੰਦੇ ਗੁਰੂ ਨਾਨਕ ਹੈ? ਕਹਿੰਦੇ ਨਹੀਂ, ਗੁਰੂ ਨਾਨਕ ਤਾਂ ਹੈ ਨਹੀਂ, ਪਰ ਉਹਨਾਂ ਦੀ ਜਗ੍ਹਾ 'ਤੇ ਮੇਰੇ ਪਿਤਾ ਜੀ ਇਸ ਸਮੇਂ ਸ਼ੋਭਾਇਮਾਨ ਹਨ। ਕਹਿੰਦੇ ਕੀ ਮੈਂ ਉਹਨਾਂ ਦੇ ਦਰਸ਼ਨ ਕਰ ਸਕਦਾ ਹਾਂ? ਕਹਿੰਦੇ ਹਾਂ, ਕਰ ਸਕਦੇ ਹਨ। ਤੇ ਬਾਬਾ ਅਮਰਦਾਸ ਜੀ ਨੂੰ ਨਾਲ ਲੈ ਕੇ ਬੀਬੀ ਅਮਰੋ ਉਹ ਖੰਡੂਰ ਸਾਹਿਬ ਜਾਂਦੇ ਨੇ ਤੇ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕਰਕੇ ਬਾਬਾ ਅਮਰਦਾਸ ਜੀ ਐਸੇ ਨਿਹਾਲ ਹੁੰਦੇ ਹਨ ਕਿ ਆਪਣੀ ਜ਼ਿੰਦਗੀ ਦੇ ਅਗਲੇ ਸਮੇਂ, ਅਗਲਾ ਜਿੰਨਾ ਵੀ ਸਮਾਂ ਹੈ 62 ਸਾਲ ਤੋਂ ਬਾਅਦ ਦਾ, ਉਹ ਸਾਰਾ ਸਮਾਂ ਗੁਰੂ ਨੂੰ ਸਮਰਪਿਤ ਕਰ ਦਿੰਦੇ ਹਨ। 10 ਸਾਲ ਮਨ ਲਾ ਕੇ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕਰਦੇ ਹਨ। ਸੇਵਾ ਕਰਦਿਆਂ ਜੋ ਕੁਝ ਚਾਹੁੰਦੇ ਸਨ ਉਹ ਸਭ ਕੁਝ ਪ੍ਰਾਪਤ ਹੋ ਗਿਆ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ,
ਜਿਹੜਾ ਬੰਦਾ ਚਿੱਤ ਲਾ ਕੇ ਗੁਰੂ ਦੀ ਸੇਵਾ ਕਰਦਾ ਹੈ, ਗੁਰੂ ਦਾ ਕਿਹਾ ਮੰਨਦਾ ਹੈ, ਗੁਰੂ ਦੀ ਰਜ਼ਾ ਵਿੱਚ ਚੱਲਦਾ ਹੈ, ਉਸ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ। ਇਹ ਪ੍ਰਤੱਖ ਮਿਸਾਲ ਹੈ ਕਿ ਜਦੋਂ ਕਿਸੇ ਤੋਂ ਕੁਝ ਲੈਣਾ ਹੋਵੇ ਨਾ, ਉਦੋਂ ਤਿਆਗ ਕਰਨਾ ਪੈਂਦਾ ਹੈ ਹੰਕਾਰ ਦਾ, ਅਹੁਦਿਆਂ ਦਾ, ਉਮਰਾਂ ਦਾ, ਤਾਂ ਹੀ ਅਸੀਂ ਕੁਝ ਪ੍ਰਾਪਤ ਕਰ ਸਕਦੇ ਹਾਂ। ਜੇ ਬੰਦਾ ਆਪਣੇ ਸਿਰ ਦੇ ਉੱਤੇ ਹੰਕਾਰ ਦੀ ਪੰਡ ਚੁੱਕੀ ਫਿਰੇ ਕਿ ਮੈਂ ਤਾਂ ਸਿਆਣਾ ਹੀ ਬਹੁਤ ਹਾਂ, ਫਿਰ ਬੰਦਾ ਕਿਸੇ ਤੋਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਸਾਰੀਆਂ ਸੰਗਤਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਰਹਿ ਕੇ 10 ਸਾਲ ਸੇਵਾ ਕੀਤੀ, ਉਹਨਾਂ ਦੀ ਸੇਵਾ ਪ੍ਰਵਾਨ ਹੋਈ ਅਤੇ ਉਹ ਗੁਰੂ ਅਮਰਦਾਸ ਬਣ ਗਏ। ਅਤੇ ਗੁਰੂ ਅਮਰਦਾਸ ਮਹਾਰਾਜ ਸਭ ਤੋਂ ਵਡੇਰੀ ਉਮਰ ਦੇ 10 ਗੁਰੂ ਸਾਹਿਬਾਨਾਂ ਦੇ ਵਿੱਚੋਂ ਹੋਏ ਹਨ। ਉਹਨਾਂ ਨੇ ਜਿੱਥੇ ਧਾਰਮਿਕ ਕਾਰਜ ਕੀਤੇ, ਉੱਥੇ ਉਹਨਾਂ ਨੇ ਸਮਾਜਿਕ ਕਾਰਜ ਕਰਵਾਉਣ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਇਆ। ਸਤੀ ਪ੍ਰਥਾ, ਪਰਦਾ ਪ੍ਰਥਾ, ਘੁੰਡ ਕੱਢਣ ਦੀ ਪਰੰਪਰਾ, ਸੰਗਤ ਦੇ ਪੰਗਤ ਦੇ ਸਿਧਾਂਤ ਨੂੰ ਉੱਚਤਾ ਦੇਣੀ, ਫਿਰ ਊਚ ਨੀਚ ਦੇ ਭੇਦਭਾਵ ਨੂੰ ਖਤਮ ਕਰਨਾ, ਕੋੜੀਆਂ ਦੇ ਰੋਗ ਨੂੰ ਦੂਰ ਕਰਨ ਵਾਸਤੇ ਇਲਾਜ ਘਰ ਬਣਾਉਣਾ, ਇਹ ਸਾਰੇ ਸਮਾਜਿਕ ਕਾਰਜ ਸਨ ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤੇ। ਅਤੇ ਅੱਜ ਲੋੜ ਹੈ ਸਾਨੂੰ ਗੁਰੂ ਦੇ ਦੱਸੇ ਹੋਏ ਨਕਸ਼ੇ ਕਦਮਾਂ ਦੇ ਉੱਤੇ ਚੱਲਣ ਦੀ, ਅਤੇ ਜਿਹੜੇ ਕਦਮ ਉਹਨਾਂ ਨੇ ਸਮਾਜ ਦੀ ਭਲਾਈ ਵਾਸਤੇ ਚੱਕੇ, ਉਹਨਾਂ ਨੂੰ ਮੁੜ ਉਜਾਗਰ ਕਰਨ ਦੀ। ਧੰਨਵਾਦ ਸਭਨਾਂ ਦਾ। ਇੱਕ ਵਾਰ ਸਭ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।